ਸਤਿ ਸ੍ਰੀ ਅਕਾਲ, ਮੈਂ ਸੋਮ ਸਹੋਤਾ ਤੇ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ। ਖਬਰਾਂ ਦੇ ਇਸ ਬੁਲਟਨ ਵਿੱਚ ਆਪ ਸਭ ਦਾ ਸਵਾਗਤ ਹੈ। ਮਾਰਦੇ ਹਾਂ ਸੁਰਖੀਆਂ ਤੇ ਇੱਕ ਨਜ਼ਰ। ਕੇਂਦਰ ਸਰਕਾਰ ਨੇ ਚੰਗਾ ਕੰਮ ਕੀਤਾ। ਦੁੱਲੋ ਮੁਆਵਜ਼ੇ ਨੂੰ ਲੈ ਕੇ ਪੰਜਾਬ ਸਰਕਾਰ ਘੇਰੀ। ਡੀਜ਼ਲ ਦੀ ਹੋਵੇਗੀ ਹੋਮ ਡਿਲੀਵਰੀ। ਕਾਨੂੰਨ ਰੱਦ ਹੋਣ ਤੇ ਕੀਤੀ ਪ੍ਰੈਸ ਵਾਰਤਾ। ਕੁਮਰ ਵਿਜੇ ਪ੍ਰਤਾਪ ਸਿੰਘ ਪਹੁੰਚੇ ਕਪੂਰਥਲਾ। ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਖੇਤਰੀ ਨਿਵਾਸੀਆਂ ਨੇ ਕੀਤਾ ਸਵਾਗਤ। ਕਿਸਾਨਾਂ ਨੇ ਵੰਡੇ ਲੱਡੂ। ਕਾਨੂੰਨ ਰੱਦ ਪਰ ਨਹੀਂ ਯਕੀਨ। ਮੋਦੀ ਦਾ ਟੁੱਟਿਆ ਹੰਕਾਰ, ਭਾਰਤ ਭੂਸ਼ਣ ਆਸ਼ੂ। ਕਿਸਾਨਾਂ ਦੇ ਹੱਕ ਵਿੱਚ ਲਿਆ ਵੱਡਾ ਫੈਸਲਾ। ਕਿਸਾਨਾਂ ਵਿੱਚ ਮੋਦੀ ਦੇ ਐਲਾਨ ਤੋਂ ਬਾਅਦ ਖੁਸ਼ੀ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਖਬਰ ਲੈਂਦੇ ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ। ਕੇਂਦਰ ਸਰਕਾਰ ਵੱਲੋਂ ਜਦੋਂ ਦੇ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ ਔਰ ਹਰ ਇੱਕ ਰਾਜਨੀਤਿਕ ਪਾਰਟੀਆਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ। ਸ਼ਮਸ਼ੇਰ ਸਿੰਘ ਦੁੱਲੋ ਨੇ ਵੀ ਭਾਰਤ ਸਰਕਾਰ ਦੀ ਤਾਰੀਫ ਕੀਤੀ ਹੈ ਔਰ ਇਸ ਤਾਰੀਫ ਵਿੱਚ ਉਹਨਾਂ ਨੇ ਕੀ ਸ਼ਬਦ ਕਹੇ ਨੇ, ਆਓ ਸੁਣਦੇ ਹਾਂ। ਕੇਂਦਰ ਦੀ ਸਰਕਾਰ, ਪ੍ਰਾਈਮ ਮਿਨਿਸਟਰ ਸਾਹਿਬ ਜਿਨ੍ਹਾਂ ਨੇ 3 ਕਾਨੂੰਨ ਵਿਦਡਰਾ ਕੀਤੇ ਨੇ, ਚੰਗੀ ਗੱਲ ਹੈ ਔਰ ਚੰਗਾ ਦਿਨ ਚੁਣਿਆ। ਦੇਰ ਆਏ ਦਰੁਸਤ ਆਏ, ਦੇਰ ਆਏ ਦਰੁਸਤ ਆਏ। ਉਹਨਾਂ ਨੇ ਚੰਗਾ ਗੁਰੂ ਨਾਨਕ ਦੇਵ ਦੇ ਜਨਮ ਦਿਨ ਦੇ ਉੱਤੇ ਜੇ ਸੰਘਰਸ਼ ਚੱਲਦਾ ਸੀ ਕਿਸਾਨੀ ਦਾ ਜਾਂ ਉਹ ਚੱਲਦਾ ਸੀ, ਉਹ ਹੁਣ ਉਹਨਾਂ ਨੂੰ ਉਹ ਇਸ ਗੱਲ ਤੋਂ ਜਿਹੜਾ ਬਿੱਲ ਵਿਦਡਰਾ ਹੋਏ ਨੇ, ਮੈਂ ਕਹਿੰਦਾ ਇੱਕ ਚੰਗਾ ਕੰਮ ਕੀਤਾ ਔਰ ਇਹਦੇ ਨਾਲ ਪੰਜਾਬ ਦਾ ਕੀ ਹਿੰਦੁਸਤਾਨ ਦਾ ਮਾਹੌਲ ਠੀਕ ਹੋਏਗਾ। ਕਿਸਾਨੀ ਖੇਤ ਮਜ਼ਦੂਰ ਸਾਰਿਆਂ ਨੂੰ ਨੁਕਸਾਨ ਤਾਂ ਬਹੁਤ ਹੋਇਆ ਹਿੰਦੁਸਤਾਨ 'ਚ ਔਰ ਹੁਣ ਉਹ ਰਾਹਤ ਦੇਣ ਦੀ ਕੋਸ਼ਿਸ਼ ਕਰਨਗੇ। ਖਬਰ ਲੈਂਦੇ ਹਾਂ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ। ਮੁਆਵਜ਼ੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਤੇ ਹਲਕਾ ਅਮਲੋਹ ਦੇ ਉਮੀਦਵਾਰ ਰਾਜੂ ਖੰਨਾ ਵੱਲੋਂ ਬਕਾਇਦਾ ਤੌਰ ਤੇ ਮੁਆਵਜ਼ੇ ਨੂੰ ਲੈ ਕੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਨੂੰ ਘੇਰਦੇ ਨਜ਼ਰ ਆਏ ਨੇ। ਇਸ ਦੌਰਾਨ ਉਹਨਾਂ ਨੇ ਕੀ ਗੱਲਬਾਤ ਕੀਤੀ ਹੈ, ਵੇਖਦੇ ਹਾਂ ਪੂਰੀ ਖਬਰ। ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਦਾਸ ਸੰਤ ਬਾਬਾ ਅਜੀਤ ਸਿੰਘ ਅਤੇ ਗੁਰੂ ਘਰ ਦੇ ਕੁੱਕਰ ਪਰਮਜੀਤ ਸਿੰਘ ਅੰਸਾਰੀ ਸਾਹਿਬ ਤੋਂ, ਸੰਤ ਮਹਾਰਾਜ ਦੇ ਸਥਾਨ ਤੋਂ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦੀਆਂ। ਤੇ ਦੂਜੇ ਜੋ ਅੱਜ ਆਪਣੇ ਖੇਤੀ ਦੇ ਕਾਨੂੰਨਾਂ ਦਾ ਸੀ, ਮੋਦੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਉਹ ਕਾਨੂੰਨ ਕੈਂਸਲ ਕਰਤੇ ਅਤੇ ਸਾਰੇ ਕਿਸਾਨ ਵੀਰ ਆਪਣੇ ਆਪਣੇ ਘਰੀਂ ਆ ਜਾਣਗੇ। ਹੁਣ ਮਹਾਰਾਜ ਨੇ ਕਿਰਪਾ ਕੀਤੀ। 552ਵਾਂ ਜਨਮ ਦਿਹਾੜਾ ਮਨਾ ਰਹੇ ਹੈ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਜੀ, ਜਿਹੜੇ ਬ੍ਰਹਮ ਗਿਆਨੀ ਸੱਚਖੰਡ ਵਾਸੀ ਆ, ਜਿਨ੍ਹਾਂ ਦਾ ਤਪੋ ਸਥਾਨ ਹੈ। ਇੱਥੇ ਲੋੜਵੰਦ ਬੱਚਿਆਂ ਦੀ, ਬੱਚੇ ਬੱਚੀਆਂ ਦੀ ਸ਼ਾਦੀ ਦਾ ਪ੍ਰਬੰਧ ਕੀਤਾ ਹਰ ਸਾਲ ਦੀ ਤਰ੍ਹਾਂ ਅੱਜ ਵੀ ਉਹ ਬੜੀ ਜਨਤਾ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ। ਬਾਬਾ ਪਰਮਜੀਤ ਸਿੰਘ ਜੀ ਜਿਹੜੇ ਉਹਨਾਂ ਦੇ ਇੱਥੇ ਮੁੱਖ ਸੇਵਾਦਾਰ ਨੇ। ਡੇਰਾ ਹੰਸਾਲੀ ਵਿਖੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ 'ਤੇ ਸਾਰਿਆਂ ਨੂੰ ਮੈਂ ਲੱਖ ਲੱਖ ਮੁਬਾਰਕਾਂ ਦਿੰਦਾ। ਅੱਜ ਸਾਡੇ ਸੰਤ ਨਿਰਮਲ ਆਸ਼ਰਮ ਡੇਰਾ ਹੰਸਾਲੀ ਸੱਚਖੰਡ ਵਾਸੀ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਅਤੇ ਬਾਬਾ ਪਰਮਜੀਤ ਸਿੰਘ ਵੱਲੋਂ 19 ਕੁੜੀਆਂ ਦੇ ਅੱਜ ਵਿਆਹ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ 'ਤੇ ਕਰਾਏ ਗਏ ਆ। ਅੱਗੇ ਵੀ ਜਿਸ ਤਰ੍ਹਾਂ ਪੂਰੇ ਦੰਦਾਂ ਦਾ ਹਸਪਤਾਲ ਚੱਲ ਰਿਹਾ। ਖਬਰ ਲੈਂਦੇ ਹਾਂ ਗੁਰਦਾਸਪੁਰ ਤੋਂ। ਹੁਣ ਡੀਜ਼ਲ ਦੀ ਹੋਵੇਗੀ ਹੋਮ ਡਿਲੀਵਰੀ। ਦੱਸਿਆ ਜਾ ਰਿਹਾ ਕਿ ਇੱਕ ਐਪ ਜਿਸ ਦੀ ਸ਼ੁਰੂਆਤ ਕੀਤੀ ਗਈ ਹੈ ਔਰ ਜ਼ਰੂਰਤ ਦੇ ਮੁਤਾਬਕ ਜੇਕਰ ਤੁਹਾਨੂੰ ਕਿੰਨੇ ਲੀਟਰ ਡੀਜ਼ਲ ਦੀ ਜ਼ਰੂਰਤ ਹੈ ਤਾਂ ਤੁਸੀਂ ਇਸ ਐਪ ਦਾ ਇਸਤੇਮਾਲ ਕਰਕੇ ਆਰਡਰ ਦੇ ਸਕਦੇ ਹੋ ਔਰ ਹੋਮ ਡਿਲੀਵਰੀ ਤੁਹਾਡੇ ਘਰ ਡੀਜ਼ਲ ਦੀ ਪਹੁੰਚ ਜਾਏਗੀ। ਇਸ ਦੌਰਾਨ ਹੋਰ ਕੀ ਗੱਲਬਾਤ ਹੋਈ ਹੈ, ਵੇਖਦੇ ਹਾਂ ਪੂਰੀ ਖਬਰ।
ਸਤਿ ਸ਼੍ਰੀ ਅਕਾਲ ਜੀ। ਅਸੀਂ ਅਮਰ ਫਿਲਿੰਗ ਸਟੇਸ਼ਨ ਤੋਂ ਹੈ। ਮੇਰਾ ਨਾਮ ਮੁਨੀਸ਼ ਆਨੰਦ ਹੈ। ਇਸ ਪੰਪ ਨੂੰ ਅਸੀਂ ਸਾਰੀਆਂ ਸੁਵਿਧਾਵਾਂ ਦੇ ਨਾਲ ਚਲਾ ਰਹੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਕਸਟਮਰ ਨੂੰ ਸਭ ਤੋਂ ਜਲਦੀ ਜਿਹੜੀਆਂ ਨੇ ਉਹ ਸਾਰੀਆਂ ਸੇਵਾਵਾਂ ਭਾਰਤ ਪੈਟਰੋਲੀਅਮ ਦੀਆਂ ਉਪਲਬਧ ਕਰਾਈਏ। ਅੱਜ ਇੱਥੇ ਅਸੀਂ 20 ਲੀਟਰ ਦੇ ਜੈਰੀ ਕੈਨਸ ਦੀ ਹੋਮ ਡਿਲੀਵਰੀ ਦੀ ਲਾਂਚਿੰਗ ਕੀਤੀ ਹੈ। ਅਸੀਂ ਪੂਰੇ ਸਿਟੀ ਦੇ ਵਿੱਚ ਕਿਤੇ ਵੀ ਕੋਈ ਵੀ ਆਰਡਰ ਆਏਗਾ, ਅਸੀਂ ਉਹ 20 ਲੀਟਰ ਡੀਜ਼ਲ ਜਿਹੜਾ ਵਾ ਉਹਨੂੰ ਉੱਥੇ ਪਹੁੰਚਾਉਣ ਦੀ क्षमता रखते हैं और असी उत्थे उन्होंने टाइमली पहुँचावांगे भी। सत श्री अकाल सारिਆਂ ਨੂੰ। मैं राघव परमार, भारत पेट्रोलियम का सेल्स ऑफिसर। यहाँ गुरदासपुर में हम एक पहल स्टार्ट कर रहे हैं जिसमें हम आपके घर पर, आपकी दुकान पर 20 लीटर के जेरी कैन से आपको डीजल की सप्लाई करेंगे। और आज ये पहल हमारे सर्वप्रथम गुरदासपुर में अमर फिलिंग स्टेशन अब्बल खैर जेल रोड पे हुई है, जिससे हम आपको कभी भी आप ऑर्डर करिए, हम आपको 20 लीटर का जेरी कैन से 20 लीटर, 40 लीटर, 60 लीटर, 80 लीटर, 20 के मल्टीपल में आपके घर, आपकी दुकान पर सप्लाई करेंगे। और आप हमें अपने ऑर्डर देने के लिए इनका फ़ोन नंबर है, उस पर फ़ोन करके भी बता सकते हो। और इसके अलावा हमने पूरे भारत में सेंट्रल लेवल पे एक ऐप है हमारी भारत पेट्रोलियम की, BPCL। ਖਬਰ ਲੈਂਦੇ ਹਾਂ ਗੁਰਦਾਸਪੁਰ ਤੋਂ। ਖੇਤੀ ਦੇ ਨਾਲ ਸੰਬੰਧਿਤ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਪ੍ਰੈਸ ਵਾਰਤਾ ਕੀਤੀ ਗਈ ਹੈ ਔਰ ਇਸ ਪ੍ਰੈਸ ਵਾਰਤਾ ਦੇ ਵਿੱਚ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੇ ਚੱਕੇ ਹੋਏ ਸਟੈਪ ਬਾਰੇ ਗੱਲਬਾਤ ਕੀਤੀ ਗਈ ਹੈ ਔਰ ਇਸ ਵਿੱਚ ਵੱਡੀ ਗੱਲ ਕੀਤੀ ਗਈ ਹੈ ਕਿ ਜੇਕਰ ਇਹ ਐਲਾਨ ਹੋ ਚੁੱਕਾ ਹੈ ਤਾਂ ਅਜੇ ਕਾਗਜ਼ੀ ਕਾਰਵਾਈ ਜਿਹੜੀ ਹੈ ਉਹ ਹੋਣੀ ਬਹੁਤ ਜ਼ਰੂਰੀ ਹੈ। ਕੀ ਗੱਲਬਾਤ ਹੋਈ ਹੈ ਵੇਖਦੇ ਹਾਂ ਖਬਰ। देखो अज जी प्रैस कॉन्फ्रेंस रखी गई है सवेरे जिदा कि अनाउंसमेंट हुई सी मोदी सरकार वालों कि असीं बिल जिहड़े आ 3 वापस कर रहे हैं। उस मुद्दे ते एक प्रैस कॉन्फ्रेंस रखी है ताकि असीं अगली नीति बारे दस सकीए तुहानूं कि जिहड़ी 3 बिल की गल कर रहे हैं, ठीक है चलो वापस कर रहे, पर अजे कोई लिखती तौर पर अजे किते नहीं दिता गया क्योंकि ये प्रोसैस लंबा है। असीं भी जानते हैं ये कह देना कि तुसीं हुण उत्थों उठ के आ जाओ, ये मसले का हल नहीं है। ठीक है आपां उत्थे बैठे हैं, पिछले 1 साल तो बैठे हैं, 750 तो उत्ते साडा किसान शहीद हो गया। ये कोई तरीका नहीं है, अजे थोड़ा टाइम लगूगा। ठीक है जे तुसीं वापस कर रहे हो इहनूं प्रोसैस विच लियाओ, सानूं लिखती दो। 750 उत्ते जिहड़े किसान शहीद होए उन्हां दा की बनूगा, उन्हां नूं किन्ना मुआवजा दे रहे हो। इहदे नाल साडी 2020 दा जिहड़ा बिल है बिजली दा साडा वो भी मुद्दा हैगा। इस दे नाल ही होर भी साडे कुछ मुद्दे MSP दे उत्ते गारंटी दा कानून लागू कीता जावे। ये कुछ मुद्दे हैगे ने जिन्हां नूं गंभीरता नाल सोच के फिर ऐलान करना चाहिए। ਅਸੀਂ ਜਿੱਦਾਂ ਉਹ ਕਹਿ ਰਹੇ ਆ ਨਾ ਵੀ ਅਸੀਂ ਬੋਲ ਦਿੱਤਾ ਤੇ ਉੱਠ ਕੇ ਆ ਜਾਓ, ਅਸੀਂ ਉਸੇ ਉਹਨਾਂ ਤੇ ਇਸੇ ਨਹੀਂ ਕਰਕੇ ਕਹਿਣਾ ਚਾਹੁੰਦੇ ਆ ਨਾ ਵੀ ਜਿੰਨਾ ਚਿਰ ਇਹ ਸਾਨੂੰ ਲਿਖਤੀ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਉੱਠਣ ਵਾਲੇ ਨਹੀਂ ਹੈਗੇ। ਜੇ ਇਲੈਕਸ਼ਨ ਸਟੈਂਟ ਹੋਇਆ ਤੇ ਉਹਦੇ ਵਾਸਤੇ ਵੀ ਅਸੀਂ ਸਾਰੀ ਘੋਖ ਕਰਕੇ MSP ਦਾ ਕਾਨੂੰਨ ਗਰੰਟਰ ਕਰਾ ਕੇ ਇਹ 700 ਕਿਸਾਨਾਂ ਦੀ ਜਿਹੜੀ ਸ਼ਹੀਦੀ ਦਾ ਮੁਆਵਜ਼ਾ ਲੈ ਕੇ, ਪਰਾਲੀ ਐਕਟ ਜਿਹੜਾ ਪੋਲੂਸ਼ਨ ਵਾਲਾ ਉਹ ਰੱਦ ਕਰਾ ਕੇ, ਬਿਜਲੀ ਐਕਟ ਜਿਹੜਾ ਵਾ ਉਹ ਵੀ ਰੱਦ ਕਰਾ ਕੇ ਤੇ ਫਿਰ ਅਸੀਂ ਉੱਠਾਂਗੇ। ਅਸੀਂ ਇਹਨਾਂ ਦੀਆਂ ਇਦਾਂ ਗੱਲਾਂ ਤੇ ਯਕੀਨ ਨਹੀਂ ਕਰਦੇ। ਖਬਰ ਲੈਂਦੇ ਕਪੂਰਥਲਾ ਤੋਂ। ਕੁਮਰ ਵਿਜੇ ਪ੍ਰਤਾਪ ਸਿੰਘ ਪਹੁੰਚੇ ਨੇ ਕਪੂਰਥਲਾ। 2022 ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਅੱਜ ਹਰ ਇੱਕ ਪਾਰਟੀ ਵੱਲੋਂ ਆਪਣੇ ਹਿਸਾਬ ਦੇ ਨਾਲ ਕਮਰ ਕੱਸੀ ਜਾ ਰਹੀ ਹੈ। ਕੁਮਰ ਵਿਜੇ ਪ੍ਰਤਾਪ ਸਿੰਘ ਜੀ ਨੇ ਬਕਾਇਦਾ ਤੌਰ ਤੇ ਗੁਰਪੁਰਬ ਦੀਆਂ ਮੁਬਾਰਕਾਂ ਵੀ ਦਿੱਤੀਆਂ ਨੇ। ਹੋਰ ਕੀ ਗੱਲਬਾਤ ਸਾਂਝੀ ਕੀਤੀ ਹੈ ਵੇਖਦੇ ਹਾਂ ਪੂਰੀ ਖਬਰ। मैं सारे भारत वासियों सारे भैन भरावां इस मौके के उत्ते बधाई दिंदा हाँ। जो श्री गुरु नानक देव जी का संदेश है, नानक नाम चढ़दी कला तेरे पाने सरबत का भला, तो असीं सारे सरबत के भले की गल करनी चाहिए है तो ये उन्हां दा संदेश है। दूसरा जो संदेश है मानस की जात सारी एक हुंदी है, तो एकता मनुखी एकता जो हुंदी है उस दा संदेश, शांति और भाईचारे का संदेश, इस संदेश के उत्ते असीं चलना चाहिए है। तो पंजाब नूं इस चीज़ की आज बहुत ही लोड़ है क्योंकि जो रंगला पंजाब हुंदा सी उड़ता पंजाब बन गया है। तो इस मौके के उत्ते मैं यही कहांगा कि असीं जेकर गुरु नानक देव जी के बताए हुए रस्ते ते चल रहे हैं तो इस पंजाब नूं दोबारा असीं रंगला पंजाब बना सकते हैं। दूसरी गल है कि देखो आज साडे मुल्क के प्रधानमंत्री जी ने एक घोषणा की है कि जो 3 काले कानून पिछले साल बनाए गए सी जून महीने के विच ऑर्डीनेंस के राही लागू किए गए सी, उन्होंने कानूनों उन्होंने वापस लैन की घोषणा की है। ये बहुत ही देरी के नाल लिया गया फैसला है।
क्योंकि साढ़े किसान भरा 26 नवंबर 2020 ਨੂੰ ਦਿੱਲੀ ਚਲੇ ਗਏ ਸੀ। ਪਹਿਲਾਂ ਉਹਨਾਂ ਨੇ ਪੰਜਾਬ ਦੇ ਵਿੱਚ ਪ੍ਰੋਟੈਸਟ ਕੀਤਾ, ਲੇਕਿਨ ਪੰਜਾਬ ਦੇ ਵਿੱਚ ਉਹਨਾਂ ਦੀ ਗੱਲ ਨਹੀਂ ਸੁਣੀ ਗਈ, ਉਹ ਦਿੱਲੀ ਦੇ ਵਿੱਚ ਚਲੇ ਗਏ ਸੀ। ਇਸ ਸੰਬੰਧ ਦੇ ਵਿੱਚ ਮੈਂ ਇਹੀ ਕਹਿਣਾ ਚਾਹੂੰਗਾ ਕਿ ਇਹ ਜਿਹੜਾ ਕਾਨੂੰਨ ਹੈ ਖਬਰ ਲੈਂਦੇ ਹਾਂ ਕਪੂਰਥਲਾ ਤੋਂ। ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਖੇਤਰੀ ਨਿਵਾਸੀਆਂ ਵੱਲੋਂ ਬਕਾਇਦਾ ਤੌਰ ਤੇ ਜੋ ਕਾਲੇ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਹੈ ਉਸ ਨੂੰ ਲੈ ਕੇ ਬਕਾਇਦਾ ਤੌਰ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਹੈ। ਕਿਸ ਤਰ੍ਹਾਂ ਦਾ ਉਹ ਘੜੀ ਉਹ ਪਲ ਰਹੇ ਨੇ, ਆਓ ਵੇਖਦੇ ਹਾਂ। ਦੇਖੋ ਜੀ, ਪਹਿਲਾਂ ਤਾਂ ਸਾਰਿਆਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਵਿੱਤਰ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਤੇ ਉੱਪਰੋਂ ਜਿਹੜਾ ਅੱਜ ਮੋਦੀ ਸਰਕਾਰ ਤਕਰੀਬਨ ਸਾਲ ਤੋਂ ਉੱਪਰ ਹੋ ਗਿਆ ਅੜੀ ਹੋਈ ਸੀ, 3 ਕਾਲੇ ਕਾਨੂੰਨ ਜਿਹੜੇ ਵਾਪਸ ਨਹੀਂ ਲਏ ਜਾ ਰਹੇ ਸੀ। ਅੱਜ ਮੋਦੀ ਸਰਕਾਰ ਨੇ ਬਹੁਤ ਵੱਡਾ ਫੈਸਲਾ ਲੈਂਦੇ ਹੋਏ ਗੁਰਪੁਰਬ ਦੇ ਪਵਿੱਤਰ ਦਿਹਾੜੇ ਦੇ ਉੱਪਰ ਜੋ ਇਹ ਕਿਸਾਨਾਂ ਨੂੰ, ਜੋ ਹਿੰਦੁਸਤਾਨ ਦੇ ਕਿਸਾਨ ਮਜ਼ਦੂਰ ਗਰੀਬ ਕਿਸਾਨ ਆ, ਉਹਨਾਂ ਨੂੰ ਬਹੁਤ ਵੱਡੀ ਰਾਹਤ ਦਿੰਦੇ ਹੋਏ ਇਹ ਐਲਾਨ ਕੀਤਾ ਕਿ ਅਸੀਂ 30 ਨਵੰਬਰ ਤੋਂ ਪਹਿਲਾਂ ਸੰਸਦ ਦੇ ਵਿੱਚ ਜਿਹੜੇ 3 ਕਾਲੇ ਕਾਨੂੰਨ ਆ ਇਹ ਰੱਦ ਕਰ ਦੇਵਾਂਗੇ। ਔਰ ਮੈਂ ਸਮਝਦਾ ਕਿ ਬਹੁਤ ਵੱਡੀ ਜਿੱਤ ਹੋਈ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ। ਅਤੇ ਮੈਂ ਸਮਝਦਾ ਕਿ ਜਿਹੜੀ ਇਸ ਦੇ ਨਾਲ ਜਿਹੜੇ ਹੋਰ ਵੀ ਸਰਕਾਰ ਦਾ ਬਹੁਤ ਧੰਨਵਾਦ ਵੀ ਕਰਦੇ ਹਾਂ ਇਸ ਗੱਲ ਲਈ ਕਿ ਜਿਹੜੇ ਸਾਡੇ ਉੱਥੇ ਭਰਾ ਖਬਰ ਲੈਂਦੇ ਹਾਂ ਲੁਧਿਆਣੇ ਤੋਂ। ਕਿਸਾਨਾਂ ਨੇ ਖੇਤੀ ਕਾਨੂੰਨ ਵਾਪਸ ਕਰਨ ਦੇ ਐਲਾਨ ਤੋਂ ਬਾਅਦ ਲੱਡੂ ਵੰਡੇ ਨੇ ਔਰ ਇੱਕ ਦੂਜੇ ਦਾ ਮੂੰਹ ਮਿੱਠਾ ਵੀ ਕਰਵਾਇਆ ਹੈ। ਖੁਸ਼ੀ ਦੇ ਮੌਕੇ ਤੇ ਉਹਨਾਂ ਨੇ ਆਪਣੇ ਜਜ਼ਬਾਤ ਵੀ ਏਵਨ ਪੰਜਾਬੀ ਚੈਨਲ ਨਾਲ ਸਾਂਝੇ ਕੀਤੇ ਨੇ। ਕੀ ਕਿਹਾ, ਆਓ ਵੇਖਦੇ ਹਾਂ ਪੂਰੀ ਖਬਰ। फैसला लिया जी, सामने इलेक्शन का टाइम है, उन्होंने पता किन्नियां स्टेटां दे विचों हार चुके आ, उन्होंने एक मजबूरी के तौर पर फैसला लिया। लोग उन्होंने जुत्तियां मारते सी, लोग उन्होंने जिथे भी जाते सी गालां कढ़दे सी, उन्होंने किते भी बंड नहीं सी दिता जांदा, ते इस करके उन्होंने एक मजबूरी के तौर पर फैसला लिया। ਅੱਜ ਪਹਿਲਾਂ ਤਾਂ ਸਾਡੇ ਬਾਬੇ ਨਾਨਕ ਜੀ ਦਾ ਪ੍ਰਕਾਸ਼ ਪੁਰਬ 552ਵਾਂ ਪ੍ਰਕਾਸ਼ ਪੁਰਬ। ਦੂਸਰਾ ਅੱਜ ਪ੍ਰਧਾਨ ਮੰਤਰੀ ਮੋਦੀ ਜੀ ਨੇ ਅੱਜ ਐਲਾਨ ਕੀਤਾ ਵਾ ਕਿ ਕਾਲੇ ਖੇਤੀ ਕਾਨੂੰਨ 3 ਰੱਦ ਕੀਤੇ ਜਾ ਰਹੇ ਨੇ, ਵਾਪਸ ਲਏ ਜਾ ਰਹੇ ਨੇ। ਅੱਜ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਐਲਾਨ ਕੀਤਾ, ਪਰ ਅਸੀਂ ਸੰਯੁਕਤ ਮੋਰਚੇ ਵੱਲੋਂ ਇਸ ਐਲਾਨ ਨੂੰ ਅਜੇ ਉਸ ਟਾਈਮ ਤੱਕ ਅਸੀਂ ਇਹਨੂੰ ਨਹੀਂ ਮੰਨਾਂਗੇ ਜਦ ਤੱਕ ਸਾਨੂੰ ਸੈਸ਼ਨ ਦੇ ਵਿੱਚ ਖਬਰ ਲੈਂਦੇ ਹਾਂ ਲੁਧਿਆਣੇ ਤੋਂ। ਕਾਨੂੰਨ ਰੱਦ ਕਰਨ ਦਾ ਐਲਾਨ ਤਾਂ ਕੀਤਾ ਗਿਆ ਹੈ ਪਰ ਯਕੀਨ ਨਹੀਂ ਆਉਂਦਾ, ਕਿਉਂਕਿ ਕਈ ਵਾਰ ਆਪਾਂ ਚੋਣਾਂ ਤੋਂ ਪਹਿਲਾਂ ਬਹੁਤ ਸਾਰੇ ਵਾਅਦੇ ਕਰਦੇ ਹਾਂ, ਉਹ ਵਾਅਦੇ ਪੂਰੇ ਨਹੀਂ ਹੁੰਦੇ ਤਾਂ ਕਿਤੇ ਨਾ ਕਿਤੇ ਨੇਤਾਵਾਂ ਦਾ ਜਿਹੜਾ ਯਕੀਨ ਹੈ ਜਾਂ ਲੋਕਾਂ ਦਾ ਯਕੀਨ ਹੈ ਉਹ ਡਾਮਾਡੋਲ ਜਿਹਾ ਹੋਣ ਲੱਗ ਪੈਂਦਾ ਹੈ। ਇਸ ਦੌਰਾਨ ਹੋਰ ਕੀ ਗੱਲਬਾਤ ਹੋਈ ਹੈ, ਵੇਖਦੇ ਹਾਂ ਖਬਰ। ਰਾਹ ਸਾਹਿਬ ਕਹਿਣਗੇ ਵੀ ਜਸਵਿੰਦਰ ਸਿੰਘ ਪ੍ਰਧਾਨ, ਅਸੀਂ ਇਹੀ ਕਹਿੰਦੇ ਕਿ ਰੱਦ ਵਿਸ਼ੱਕ ਜੀ ਹੋਵੇ ਜੇ ਲਿਖਤੀ ਰੂਪ ਚ ਹੋਣਗੇ। ਅਗਰਾਹਾਂ ਸਾਹਿਬ ਕਹਿਣਗੇ ਉਦੋਂ ਹੀ ਟਰਾਲੀਆਂ ਵਾਪਸ ਲਿਆਵਾਂਗੇ, ਨਹੀਂ ਟਰਾਲੀਆਂ ਵਾਪਸ ਨਹੀਂ ਲਿਆਵਾਂਗੇ, ਉਹਨਾਂ ਦੇ ਠੀਕਰੀ ਬਾਰਡਰ ਤੇ ਟਰਾਲੀਆਂ ਖੜੀਆਂ ਰਹਿਣ ਦਾਂਗੇ। ਜਿੱਦਾਂ ਕਹਿਣਗੇ ਫੇਰ ਲਿਆਵਾਂਗੇ, ਨਹੀਂ ਟਰਾਲੀ ਵਾਪਸ ਨਹੀਂ ਲਿਆਵਾਂਗੇ। ਇਹਦਾ ਝੂਠਾ ਮੋਦੀ, ਇਹਦਾ ਕੋਈ ਪਤਾ ਨਹੀਂ, ਬੋਲ ਕੇ ਕਹਿ ਦੇਵੇ ਰੱਦ ਹੋ ਕੇ ਟਰਾਲੀਆਂ ਲੈ ਜਾਓ ਘਰਾਂ ਨੂੰ, ਅਸੀਂ ਨਹੀਂ ਲੈ ਕੇ ਜਾਵਾਂਗੇ। ਜਿੰਨਾ ਚਿਰ ਲਿਖਤੀ ਰੂਪ ਚ ਨਹੀਂ ਆਉਂਦਾ ਉਹਨਾਂ ਦੇ ਟਰਾਲੀਆਂ ਵਾਪਸ ਨਹੀਂ ਲਿਆਵਾਂਗੇ। ਗੱਲ ਕਰੀਏ, ਕੱਲ ਵੀ ਗੱਲ ਹੋਈ ਸੀ, ਮਤਲਬ ਸੰਸਦ ਦਾ ਘਰਾਵ ਕੀਤਾ ਜੀ, ਉਹਨੂੰ ਕਿਸ ਤਰੀਕੇ ਨਾਲ ਦੇ ਦੇਣੀ? ਉਹ ਤਾਂ ਸਾਡੇ ਲੀਡਰਾਂ ਦਾ 26 ਨੂੰ ਅਸੀਂ ਜ਼ਰੂਰ ਜਾਵਾਂਗੇ, 25 ਨੂੰ ਪਹੁੰਚਾਂਗੇ ਸਾਡੇ ਲੀਡਰਾਂ ਕੋਲੇ। ਉੱਥੋਂ ਜਿੱਦਾਂ ਵੀ ਹੁਕਮ ਕਰਨਗੇ ਉਦਾਂ ਦੇ ਹੁਕਮ ਤੇ ਫੁੱਲ ਚੜਾਵਾਂਗੇ। ਵਾਹਿਗੁਰੂ ਜੀ, ਠੀਕ ਹੈ ਕਿ ਨਹੀਂ? ਆਓ ਕਾਲੇ ਕੰਮ ਰੱਦ ਹੋਏ, ਸਰ ਕੀ ਕਹਿਣਾ ਚਾਹੁੰਦੇ? ਪਹਿਲਾਂ ਤਾਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਇਹ ਕਾਨੂੰਨ ਭਾਈ ਜਿਹੜੇ ਮੋਦੀ ਨੇ ਰੱਦ ਕੀਤੇ ਨੇ, ਅਜੇ ਇਹਦਾ ਝੂਠਾ ਪ੍ਰਧਾਨ ਮੰਤਰੀ ਆ ਸਾਰਿਆਂ ਨਾਲੋਂ, ਇਹਦਾ ਕੋਈ ਪਤਾ ਨਹੀਂ ਮੁੱਕਰ ਨਾ ਜਾਵੇ। ਹੋ ਸਕਦਾ ਇਹਨੇ 26 ਜਨਵਰੀ ਨੂੰ ਉੱਥੇ ਜਾਣਾ, ਹੁਣ 26 ਨੂੰ ਆਪਣੇ ਨਵੰਬਰ ਨੂੰ ਉੱਥੇ ਪਹੁੰਚਣਾ ਹੀ ਸਾਰਿਆਂ ਨੇ, ਸੰਸਦ ਦਾ ਘਿਰਾਓ ਕਰਨਾ ਹੀ। ਇਹ ਤਾਂ ਹੁਣ ਕਹਿੰਦਾ ਕਿਸਾਨਾਂ ਨੂੰ ਘਰਾਂ ਨੂੰ ਜਾਓ, ਗੁਰੂ ਨਾਨਕ ਦੇਵ ਜੀ ਦਾ ਪੁਰਬ ਮਨਾਓ। ਜਿੰਨਾ ਚਿਰ ਸੰਸਦ ਦੇ ਵਿੱਚ ਮੋਹਰ ਲਾ ਕੇ ਬਾਹਰ ਨਹੀਂ ਆਉਂਦੇ ਵੀ ਕਾਨੂੰਨ ਰੱਦ ਹੋ ਗਏ, ਉਨਾ ਚਿਰ ਸਾਨੂੰ ਕੋਈ ਯਕੀਨ ਨਹੀਂ ਇਹ ਤੇ। ਖਬਰ ਲੈਂਦੇ ਹਾਂ ਲੁਧਿਆਣੇ ਤੋਂ। ਮੋਦੀ ਦਾ ਹੰਕਾਰ ਟੁੱਟਿਆ। ਭਾਰਤ ਭੂਸ਼ਣ ਆਸ਼ੂ ਪੰਜਾਬ ਸਰਕਾਰ ਦੇ ਵਿੱਚ ਬਤੌਰ ਕੈਬਨਿਟ ਮੰਤਰੀ ਆਪਣੀਆਂ ਸੇਵਾਵਾਂ ਦੇ ਰਹੇ ਨੇ। ਉਹਨਾਂ ਨੇ ਕਿਸ ਤਰ੍ਹਾਂ ਹੰਕਾਰ ਟੁੱਟਣ ਦੀ ਗੱਲ ਕੀਤੀ ਹੈ, ਵੇਖਦੇ ਹਾਂ ਪੂਰੀ ਖਬਰ। ਸਭ ਤੋਂ ਪਹਿਲਾਂ ਤਾਂ
ਤੁਹਾਡੇ ਸਾਰਿਆਂ ਦੇ ਰਾਹੀਂ ਅੱਜ ਦੇ ਪ੍ਰਕਾਸ਼ ਪੁਰਬ ਦੀ ਮੈਂ ਸਾਰੇ ਪੰਜਾਬੀਆਂ ਨੂੰ ਖਾਸ ਤੌਰ ਤੇ ਹਿੰਦੁਸਤਾਨ ਵਾਸੀਆਂ ਨੂੰ ਵਧਾਈ ਦੇਣਾ ਔਰ ਇਹਨੇ ਪਵਿੱਤਰ ਦਿਹਾੜੇ ਤੇ ਜਿਹੜੀ ਇਹ ਅਨਾਉਂਸਮੈਂਟ ਆਈ ਹੈ ਇਹ ਮੈਂ ਸਮਝਦਾ ਕਿਸਾਨਾਂ ਦੇ ਅੰਦੋਲਨ ਦੀ ਜਿੱਤ ਆ, ਇਹ ਕਿਸਾਨਾਂ ਦੀ ਜਿੱਤ ਆ, ਹਿੰਦੁਸਤਾਨ ਦੀ ਡੈਮੋਕ੍ਰੇਸੀ ਦੀ ਜਿੱਤ ਆ, ਇਹ ਹਿੰਦੁਸਤਾਨ ਦੀ ਡੈਮੋਕ੍ਰੇਸੀ ਦੀ ਭਾਵਨਾ ਦੀ ਜਿੱਤ ਆ। ਜਿਸ ਤਰੀਕੇ ਇੱਕ ਡਿਕਟੇਟੋਰੀਅਲ ਐਟੀਟਿਊਡ ਦੇ ਨਾਲ ਇੱਕ 3 ਕਾਨੂੰਨ ਬਣਾਏ ਗਏ ਸੀਗੇ ਔਰ ਪਿੱਛੇ ਜਿੰਨੇ ਚਾਹੇ ਨਾਗਰਿਕਤਾ ਕਾਨੂੰਨ ਸੀ, CAA ਵਗੈਰਾ, ਬਗੈਰ ਡਿਸਕਸ਼ਨ ਤੋਂ ਤਾਨਾਸ਼ਾਹੀ ਤਰੀਕੇ ਨਾਲ ਇਹ ਲਾਗੂ ਕੀਤੇ ਜਾਂਦੇ ਸੀਗੇ। ਅੱਜ ਇਹ ਕਾਨੂੰਨ ਵਾਪਸ ਲੈਣ ਤੋਂ ਬਾਅਦ ਇਹ ਸਿੱਧ ਹੋ ਗਿਆ ਵੀ ਵਾਕਈ ਹਿੰਦੁਸਤਾਨ ਦੀ ਡੈਮੋਕ੍ਰੇਸੀ ਜਿੰਦਾ ਆ, ਇੱਥੇ ਲੋਕ ਆਵਾਜ਼ ਦੀ ਜਿੱਤ ਹੋਈ ਹੈ ਤੇ ਮੈਂ ਕਿਸਾਨਾਂ ਨੂੰ ਇਹਦੀ ਵਧਾਈ ਦਿੰਦਾ ਆ। ਇੱਕ ਅਹੰਕਾਰ ਟੁੱਟਿਆ ਆ, ਦੁਬਾਰਾ ਉਹੀ ਤਰੀਕਾ ਜੋ ਡੈਮੋਕ੍ਰੇਸੀ ਦਾ ਤਰੀਕਾ ਸੀਗਾ ਵੀ ਡਿਸਕਸ਼ਨ ਤੋਂ ਬਾਅਦ ਕਾਨੂੰਨ ਬਣਾਏ ਜਾਣ, ਲੋਕਾਂ ਦੀ ਸੋਚ ਦੇ ਮੁਤਾਬਕ, ਲੋਕਾਂ ਦੀ ਭਾਵਨਾ ਦੇ ਮੁਤਾਬਕ ਬਣਾਏ ਜਾਣ। ਅੱਜ ਮੋਦੀ ਸਾਹਿਬ ਨੇ ਇਹ ਡਿਕਲੇਅਰ ਕੀਤਾ ਵੀ ਅਸੀਂ ਕਮੇਟੀ ਬਣਾਵਾਂਗੇ ਤੇ ਉਹਦੇ ਬਾਅਦ ਖਬਰ ਲੈਂਦੇ ਹਾਂ ਪਠਾਨਕੋਟ ਤੋਂ। ਕਿਸਾਨਾਂ ਦੇ ਹੱਕ ਦੇ ਵਿੱਚ ਬਹੁਤ ਵੱਡਾ ਫੈਸਲਾ ਲਿਆ। ਇਹ ਪੰਜਾਬ ਦੀ ਲੀਡਰਸ਼ਿਪ ਜੋ ਬੀਜੇਪੀ ਪਾਰਟੀ ਦੇ ਨਾਲ ਸੰਬੰਧਿਤ ਹੈ ਉਹਨਾਂ ਨੇ ਕਿਹਾ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਹਮੇਸ਼ਾ ਕਿਸਾਨਾਂ ਦੇ ਹੱਕ ਦੇ ਵਿੱਚ ਹੀ ਗੱਲਬਾਤ ਕਰ ਰਹੀ ਹੈ। ਹੋਰ ਕੀ ਗੱਲਬਾਤ ਹੋਈ ਹੈ ਵੇਖਦੇ ਹਾਂ ਖਬਰ। ਨਾਨਕ ਨਾਮ ਲੇਵਾ ਸਾਰੀ ਪਿਆਰੀ ਸਾਧ ਸੰਗਤ ਨੂੰ ਗੁਰੂ ਨਾਨਕ ਜੀ ਦੇ ਪ੍ਰਕਾਸ਼ ਉਤਸਵ ਦੀਆਂ, ਗੁਰਪੁਰਬ ਦੀਆਂ ਬਹੁਤ-ਬਹੁਤ ਵਧਾਈਆਂ। ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਗੁਰੂ ਨਾਨਕ ਜੀ ਦੇ ਪ੍ਰਕਾਲ ਵੱਡਾ ਦਿਲ ਦਿਖਾਉਂਦੇ ਹੋਏ ਕ੍ਰਿਸ਼ੀ ਕਾਨੂੰਨ ਜਿਹੜੇ 3 ਹੈ ਉਹਨਾਂ ਨੂੰ ਵਾਪਸ ਲੈਣ ਦੀ ਘੋਸ਼ਣਾ ਕੀਤੀ। ਇਹ ਨਰਿੰਦਰ ਭਾਈ ਮੋਦੀ ਹੀ ਕਰ ਸਕਦੇ ਨੇ। ਉਹਨਾਂ ਨੇ ਪਿਛਲੇ 7 ਸਾਲ 'ਚ ਜਿਤਨੇ ਵੀ ਨਿਰਣੇ ਲਏ ਨੇ ਉਹ ਦੇਸ਼ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਲਏ। ਪ੍ਰਕਾਸ਼ ਪੁਰਬ ਦੀਆਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਲੱਖ ਵਧਾਈਆਂ ਹੋਣ, ਤਾਂ ਦੂਸਰੀਆਂ ਵਧਾਈਆਂ ਇਹ ਬਣ ਗਈਆਂ ਅੱਜ ਵੀ ਜਿਹੜਾ ਮੋਦੀ ਸਰਕਾਰ ਝੁਕ ਗਈ ਆ ਕਿਸਾਨਾਂ ਦੇ ਦਬਾ ਕੇ। ਕਿਸਾਨਾਂ ਦੀ ਮਿਹਨਤ ਤੇ ਗੁਰੂ ਨਾਨਕ ਪਾਤਸ਼ਾਹ ਦੀ ਰਹਿਮਤ ਸਦਕਾ ਜਿਹੜੀ ਆ ਇਹਨੂੰ ਸਮੱਤ ਬਖਸ਼ੀ ਆ ਗੁਰੂ ਨਾਨਕ ਨੇ ਮੋਦੀ ਨੂੰ, ਤੇ ਜਿਹੜਾ ਇਹ ਸਰਕਾਰ ਜਿਹੜੀ ਇਹ ਝੁਕੀ ਆ, ਬਹੁਤ ਵੱਡੀ ਕਿਸਾਨਾਂ ਦੀ ਜਿੱਤ ਜਿਹੜੀ ਆ ਉਹ ਹੋਣ ਜਾ ਰਹੀ ਆ। ਦੇਖੋ ਰੱਦ ਕੀਤੇ ਨਹੀਂ ਗਏ, ਉਹਨਾਂ ਕਿ ਰੱਦ ਕਰ ਦਿਆਂਗੇ, ਵਾਪਸ ਲੈਂਗੇ, ਪਰ ਉਹਦੇ ਵਿੱਚ MSP ਬਾਰੇ ਉਹਨਾਂ ਨੇ ਕਿਹਾ ਵੀ ਇਹਦੀ ਕਮੇਟੀ ਬਿਠਾ ਦਿਆਂਗੇ। ਔਰ ਇਹ ਗੱਲ ਆ ਵੀ ਇਹ ਵਾਪਸ ਜਦੋਂ ਅਮਲੀ ਜਾਮਾ ਪਹਿਨਾਉਣਗੇ ਸੰਸਦ ਵਿੱਚ ਕਰਨਗੇ। ਮੈਂ ਅੱਜ ਜਸਵੰਤ ਸਿੰਘ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਵਾਈਸ ਪ੍ਰਧਾਨ ਪੰਜਾਬ। ਮੈਂ ਇਹ 22 ਦੀਆਂ ਜਿਹੜੀਆਂ ਚੋਣਾਂ ਦੀ ਤੁਸੀਂ ਗੱਲ ਕੀਤੀ ਆ ਵੀ 22 ਦੀਆਂ ਚੋਣਾਂ ਦੇ ਵਿੱਚ ਵੀ BJP ਨੂੰ ਪੰਜਾਬ ਦੇ ਵਿੱਚੋਂ ਬੈਨੀਫਿਟ ਨਹੀਂ ਲੈਣ ਦਿਆਂਗੇ ਔਰ ਕਿਸਾਨ ਜਥੇਬੰਦੀਆਂ ਦਾ ਦ੍ਰਿੜ ਇਰਾਦਾ ਔਰ BJP ਨੂੰ ਪੰਜਾਬ ਦੇ ਵਿੱਚ ਖੰਘਣ ਨਹੀਂ ਦਿਆਂਗੇ। ਅੱਜ ਖੱਤਰੀ ਸਭਾ ਦੇ ਪ੍ਰਾਂਗਣ ਦੇ ਵਿੱਚ ਸਾਡੇ ਸਰਪ੍ਰਸਤ ਸਤੀਸ਼ ਮਹਿੰਦਰੂ ਜੀ, ਵਿਜੇ ਪਾਸੀ ਜੀ ਔਰ ਸਾਡੇ ਖੱਤਰੀ ਸਭਾ ਦੇ ਪ੍ਰਧਾਨ ਰਾਜੇਸ਼ ਪੁਰੀ ਜੀ ਦੀ ਅਧਿਕਸ਼ਤਾ ਦੇ ਵਿੱਚ ਰਹਿਨੁਮਾਈ ਦੇ ਵਿੱਚ ਇੱਥੇ ਕਾਰਜਕਾਰਨੀ ਯੁਵਾ ਸੰਗਠਨ ਦੀ ਜਿਹੜੀ ਹੈ ਉਹਦੀ ਘੋਸ਼ਣਾ ਕੀਤੀ ਗਈ ਹੈ, ਉਹਦਾ ਵਿਸਤਾਰ ਕੀਤਾ ਗਿਆ ਔਰ ਜਿਹੜੇ ਵੀ ਮੈਂਬਰਸ ਜਿਹੜੇ ਆ ਸਾਡੇ ਖੱਤਰੀ ਯੁਵਾ ਸੰਗਠਨ ਦੇ ਵਿੱਚ ਜਿਨ੍ਹਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਖਬਰ ਲੈਂਦੇ ਸੰਗਰੂਰ ਤੋਂ। ਮੋਦੀ ਦੇ ਐਲਾਨ ਤੋਂ ਬਾਅਦ ਕਿਸਾਨਾਂ ਵਿੱਚ ਇੱਕ ਅਜੀਬ ਕਿਸਮ ਦੀ ਖੁਸ਼ੀ ਵੇਖਣ ਨੂੰ ਮਿਲੀ ਹੈ। ਕਿਸਾਨਾਂ ਵੱਲੋਂ ਬਕਾਇਦਾ ਤੌਰ ਤੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਸੰਗਰੂਰ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਵੇਖਦੇ ਹਾਂ ਖਬਰ। ਜਿਹੜੇ ਵਾਪਸ ਲੈ ਲਏ ਠੀਕ ਹੈ, ਪਰ ਜੇ ਪਹਿਲਾਂ ਇਹ ਨਾ ਹੁੰਦੇ ਕਾਲੇ ਕਾਨੂੰਨ, ਮੇਰੇ ਭਰਾ ਦੀ ਮੌਤ ਨਾ ਹੁੰਦੀ, ਬਚ ਜਾਂਦਾ ਉਹ, ਨਾ ਉੱਥੇ ਜਾਂਦਾ ਧਰਨਿਆਂ ਤੇ ਜਾਂਦਾ ਸੀ, ਉੱਥੇ ਸੰਗਤ ਨੂੰ ਲੈ ਕੇ ਜਾਂਦਾ ਸੀ ਟਰੈਕਟਰ ਤੇ, ਤਾਂ ਆਉਂਦਾ ਸੀ, ਤਾਂ ਕਈ ਦਿਨ ਤੋਂ ਜਾਂਦਾ ਆਉਂਦਾ ਰਹਿੰਦਾ ਸੀ। ਉਹਦੇ ਕਰਕੇ ਉਹ ਸੰਗਤ ਨੂੰ ਲੈ ਕੇ ਆਇਆ ਗੁਰਦੁਆਰਾ ਸਾਹਿਬ ਆ ਕੇ, ਉੱਥੇ 1 ਲੱਖ ਦੌਰਾ, ਦਿਲ ਦਾ ਦੌਰਾ ਪੈ ਕੇ ਅਟੈਕ ਹੋ ਕੇ ਉੱਥੇ ਜਾਨ ਉਹਦੀ ਨਿਕਲ ਗਈ, ਪੂਰਾ ਹੋ ਲਿਆ। ਮੁਆਵਜ਼ਾ ਮਿਲ ਗਿਆ? ਮੁਆਵਜ਼ਾ ਮਿਲ ਗਿਆ, ਜੋ 5 ਲੱਖ ਸਰਕਾਰ ਦਾ ਸੀ ਉਹ ਸਾਨੂੰ ਮੁਆਵਜ਼ਾ ਮਿਲ ਗਿਆ। ਇਹਦੇ ਨਾਲ ਘਾਟ ਪੂਰੀ ਤਾਂ ਨਹੀਂ ਹੋਈ 5 ਲੱਖ ਨਾਲ ਭਰਾ ਮਿਲਦਾ।
ਭਰਾ ਕਿੱਥੇ ਮਿਲਦੇ ਨੇ। ਇਹਦੇ ਕਰਕੇ ਚਲੋ ਗੁਰੂ ਗੋਬਿੰਦ ਸਿੰਘ ਨੇ ਸਾਰਾ ਪਰਿਵਾਰ ਵਾਰਤਾ ਤੀ, ਇਹਦੇ 'ਚ ਤਾਂ ਕੋਈ ਗੱਲ ਉਹ ਨਹੀਂ ਵੀ ਅਸੀਂ ਚਲੋ ਇੱਕ ਮੇਰਾ ਭਰਾ ਉਸ ਸੰਘਰਸ਼ 'ਚ ਚਲਿਆ ਗਿਆ, ਸ਼ਹੀਦ ਹੋ ਗਿਆ, ਅਸੀਂ ਨਾਲ ਜੂਨੀਅਰ ਦੇ ਨਾਲ ਹਰ ਵਕਤ ਸਾਥ ਦੇਵਾਂਗੇ। ਤੁਹਾਡਾ? ਮੇਰਾ ਨਾਮ ਨਾਜਰ ਸਿੰਘ ਹੈ ਜੀ, ਪੰਚਾਇਤ ਮੈਂਬਰ ਪਿੰਡ ਰਾਜਪੁਰਾ। ਤੇ ਜੋ ਬਲਵਿੰਦਰ ਸਿੰਘ ਆਪਣੇ ਟੂਲ ਪਲਾਜੇ ਤੇ ਸ਼ਹੀਦ ਹੋ ਗਏ ਸੀ, ਉਹਨਾਂ ਦੇ ਪਰਿਵਾਰ ਨੂੰ ਮੁਆਵਜ਼ਾ ਮਿਲ ਚੁੱਕਿਆ ਹੈ ਤੇ ਬਣਦੇ ਅਨੁਸਾਰ ਨੌਕਰੀ ਮਿਲਣੀ ਚਾਹੀਦੀ ਹੈ। ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ। ਤੇ ਉਹਨਾਂ ਦੇ ਪਰਿਵਾਰ 'ਚ ਇਕੱਲਾ ਕਮਾਉਣ ਵਾਲਾ ਸੀ ਤੇ ਲੜਕਾ ਬੇਰੁਜ਼ਗਾਰ ਹੈ, ਉਹਨਾਂ ਦੇ ਲੜਕੇ ਨੂੰ ਨੌਕਰੀ ਮਿਲਣੀ ਚਾਹੀਦੀ ਹੈ। ਹੋਰ ਕੀ ਮੰਗ? ਹੋਰ ਬਾਕੀ ਮੁਆਵਜ਼ਾ ਮਿਲ ਚੁੱਕਿਆ ਜੀ। ਬਾਕੀ ਜੇ ਕਾਨੂੰਨ ਪਹਿਲਾਂ ਰੱਦ ਹੋ ਜਾਂਦੇ ਤੇ ਕਾਹਨੂੰ ਇਹ ਘਟਨਾ ਵਾਪਰਨੀ ਸੀ। ਬਹੁਤ ਚੰਗਾ ਲੱਗਿਆ ਕਿ ਮੋਦੀ ਸਰਕਾਰ ਨੇ ਅੱਜ ਕਾਲੇ ਕਾਨੂੰਨ ਆਪਣੇ ਵਾਪਸ ਲੈ ਲਏ ਹਨ, ਪਰ ਬਹੁਤ ਕਿਸਾਨਾਂ ਨੇ ਇਸ ਸੰਘਰਸ਼ ਦੌਰਾਨ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ ਤੇ ਅੱਜ ਚੰਗਾ ਲੱਗਿਆ ਕਿ ਮੋਦੀ ਸਰਕਾਰ ਨੇ ਆਪਣੇ ਕਾਲੇ ਕਾਨੂੰਨ ਜਿਹੜੇ ਨੇ ਵਾਪਸ ਲੈ ਲਏ ਹਨ। ਇਸ ਸੰਘਰਸ਼ ਦੌਰਾਨ ਤੁਹਾਡੇ ਕਿਹੜੇ ਪਰਿਵਾਰਕ ਮੈਂਬਰ ਜਿਹੜੇ ਸ਼ਹੀਦ ਹੋ ਗਏ? ਇਸ ਸੰਘਰਸ਼ ਦੇ ਦੌਰਾਨ ਮੇਰੇ ਪਿਤਾ ਜੀ ਜੋ ਕਿ ਇਸ ਸੰਘਰਸ਼ ਦੇ ਦੌਰਾਨ ਸ਼ਹੀਦ ਹੋਏ ਨੇ। ਕਦੋਂ? ਦੂਸਰਾ ਮਹੀਨਾ 10 ਤਰੀਕ ਨੂੰ ਉਹ ਸ਼ਹੀਦ ਹੋਏ ਸਨ ਤੇ ਹਾਲੇ ਤੱਕ ਦੇਖੋ ਕਿੰਨਾ ਸਮਾਂ ਬੀਤ ਚੁੱਕਿਆ ਹੈ, ਸਾਡੇ ਪਰਿਵਾਰ ਨੂੰ ਕੋਈ ਵੀ ਮੁਆਵਜ਼ਾ ਹਾਲੇ ਤੱਕ ਨਹੀਂ ਮਿਲਿਆ। ਜਿਹੜਾ ਕਿਸਾਨੀ ਸੰਘਰਸ਼ ਦੌਰਾਨ ਸਰਕਾਰਾਂ ਨੇ ਕਿਹਾ ਸੀ ਕਿ ਹਰ ਕਿਸਾਨ ਨੂੰ ਜਿਹੜਾ ਇਸ ਮੁਆਵਜ਼ਾ ਦਿੱਤਾ ਜਾਵੇਗਾ, ਹਾਲੇ ਤੱਕ ਸਾਨੂੰ ਸਾਡੇ ਪਰਿਵਾਰ ਨੂੰ ਕੋਈ ਵੀ ਮੁਆਵਜ਼ਾ ਨਹੀਂ ਮਿਲਿਆ। ਉਹਨਾਂ ਦੀ ਮੌਤ ਉੱਥੇ ਹੋਈ? ਕਿਸਾਨ ਯੂਨੀਅਨ ਦੇ ਮੈਂਬਰ ਜੀ, ਸਾਡੇ ਨਾਲ ਪ੍ਰਧਾਨ ਜੀ ਨੇ ਹਰਦੇਵ ਸਿੰਘ ਜੀ, ਪਿੰਡ ਰਾਜਪੁਰਾ ਇਕਾਈ ਦੇ। ਸਾਡੇ ਗੁਰਦੁਆਰਾ ਸਾਹਿਬ ਬਾਬਾ ਜੀ ਤੇ ਪਿਤਾ ਜੀ ਜੋ ਲੰਗਰ ਦੀ ਸੇਵਾ ਕਰਦੇ ਸਨ ਟੂਲ ਪਲਾਜ਼ਾ ਤੇ ਕਾਲਾ ਝਾੜ ਤੇ, ਉਹਨਾਂ ਦੀ ਡੈਥ ਕਾਲਾ ਝਾੜ ਟੂਲ ਪਲਾਜ਼ਾ ਦੇ ਜਦੋਂ ਸੇਵਾ ਕਰਦੇ ਸੀ ਉਸ ਦੌਰਾਨ ਦੌਰਾ ਪੈਣ ਕਾਰਨ ਹੋ ਗਈ ਸੀ। ਤੇ ਇਹਨਾਂ ਦਾ ਜੋ ਮੁਆਵਜ਼ਾ ਸਰਕਾਰ ਵੱਲੋਂ ਕਿਸਾਨ ਯੂਨੀਅਨ ਨੂੰ ਦਿੱਤਾ ਜਾਂਦਾ ਹੈ, ਉਹਨਾਂ ਨੂੰ ਹਾਲ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ ਤੇ ਨਾਲ ਹੀ ਇਹਨਾਂ ਦੇ ਬੱਚਿਆਂ ਨੂੰ ਕੋਈ ਨੌਕਰੀ ਵੀ ਨਹੀਂ ਮਿਲੀ ਹੈਗੀ। ਤੇ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਜੋ ਬਣਦਾ ਮੁਆਵਜ਼ਾ ਹੈ ਸਰਕਾਰ ਨੂੰ ਦਿੱਤਾ ਜਾਵੇ ਸਰਕਾਰ ਵੱਲੋਂ। ਤੇ ਇਹਨਾਂ ਦੀ ਵੀ ਜਿਹੜਾ ਪਰਿਵਾਰ ਹੈ, ਇਹਨਾਂ ਦੀ ਮਿਸਜ ਦੀ ਵੀ ਡੈਥ ਹੋ ਗਈ 2020 ਦੇ ਵਿੱਚ। ਇਹਨਾਂ ਦੇ 3 ਬੇਟੀਆਂ ਹਨ, ਇੱਕ ਛੋਟਾ ਜਿਹਾ ਬੇਟਾ ਹੈ, ਇਕੱਲੇ ਜਾਣੇ ਉਹਨਾਂ ਦੀ ਪਰਵਰਿਸ਼ ਕਰ ਰਹੇ ਨੇ। ਇਹਨਾਂ ਨੂੰ ਬਹੁਤ ਹੀ ਜ਼ਿਆਦਾ ਜੋ ਸੰਕਟ ਦੀ ਘੜੀ ਦੇ ਵਿੱਚ ਗੁਜ਼ਰ ਇਹ ਸੀ ਹੁਣ ਤੱਕ ਦੀ ਅਪਡੇਟ। ਨਵੀਆਂ ਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ A1 ਪੰਜਾਬੀ ਟੀਵੀ ਦੇ ਨਾਲ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, यानी कि 125 बीमारियां दा संपूर्ण इलाज। फ्री रिलीफ विजिलैक्स वेट लूज, मोटापे तो परेशान होने की जरूरत नहीं, वजन घटाओ ते खुश हो जाओ। फ्री रिलीफ पावर मर्दाना कमजोरी नू खत्म करता है ते नरक भरी जिंदगी विच लियाउंदा है रौनक। फ्री रिलीफ पावर कब्ज तो परेशान होने की हुण जरूरत नहीं है, कब्ज तो छुटकारा पाउण लई आ गया कब्ज हर चूरन। कब्ज हर चूरन नू अपनाओ ते कब्ज तो छुटकारा पाओ। हुण तक लखां मरीज लै चुके ने फायदा। वधेरे जानकारी लई तुसी संपर्क कर सकते हो 94 784 84087। नंबर एक बार फिर तुसी नोट कर सकते हो 9478 48 4087।